वालेकुम दोस्तों, मैं सफदर गिल और आज मैं मौजूद हूँ ਚੱਕ नंबर 512 गाहबे परकलां दे विच। सारा जे पिंड दे विच आया ते पिंड च व्लॉग करने आ ते मेरे नाल अज पाकिस्तान दी ਉਹ हस्ती है जिन्हां दे ड्रामे तुसी लिखे पीटीवी ते बहुत देर तक, बल्कि हुण भी तुसी पीटीवी ते उन्हां दे ड्रामे देख रहे हो, उन्हां दे लिखे ड्रामे। मेरे नाल 512 एक ਚੱਕ ਦੇ ਵਿੱਚੋਂ एक ऐसा नौजवान जिन्हों ने मूव किया लाहौर की तरफ, उत्थे जाके उन्होंने की मुशक्कत देखी, की उन्होंने मुसीबत देखी और किस तरह वो लाहौर की एक मायानाज हस्ती बन गई। मेरे नाल ने अज कमर चौधरी साहब ते उन्हां नाल मिलने। अस्सलाम वालेकुम जी। वालेकुम सलाम जी। चौधरी साहब की हाल चाल है? अल्लाह दा करम सर अज मैनू बड़ी खुशी हुई है कि अज मैं एक ਚੱਕ ਦੇ एक ऐसे ਚੱਕ ਦੇ ਵਿੱਚ ਮਾਰ ਆਜ਼ਮ ਸਾਹਿਬ ਦੇ शादी ਤੇ आया जी, ਤੇ ਉੱਥੇ ਮੈਨੂੰ ਤੁਸੀਂ ਮਿਲੇ ਹੋ ਤੇ ਮੈਨੂੰ ਬਹੁਤ ਖੁਸ਼ੀ ਹੈ। ਤੇ ਸਰ ਆਪਣਾ ਕੁਛ ਨਾਲ ਮੇਰੇ ਨਾਜ਼ਰੀਨ ਨੂੰ ਦੇਖਣ ਵਾਲਿਆਂ ਨੂੰ ਦੱਸੋ ਕਿ ਕਿਸ ਤਰ੍ਹਾਂ ਤੁਹਾਡਾ ਸਫ਼ਰ ਸ਼ੁਰੂ ਹੋਇਆ, ਕਿਸ ਤਰ੍ਹਾਂ ਪੀਟੀਵੀ, ਕਿਸ ਤਰ੍ਹਾਂ ਤੁਸੀਂ ਇੱਕ ਕਨਾਲ ਦੇ ਵਿੱਚ ਮਸਜਿਦ ਤੱਕ ਪਹੁੰਚੇ, ਇਹਦੀ ਸਾਰੀ ਸਟੋਰੀ ਸੁਣਾਓ ਸਰ। मैं 8 साल का बच्चा, 9 साल का बच्चा जी, पढ़ाई से दिल नहीं सी लगता। अच्छा जी। एक ड्रामा लैके कोई टीम आई, उन्होंने एक बच्चे की जरूरत सी गुजरांवाले जी स्कूल दे विच। ਇਹ ਸਨ ਕਿਹੜੀ ਸਨ ਦੀ ਗੱਲ ਹੈ ਸਰ? ਇਹ याद नहीं। नहीं याद, यानी ਇਹ कोई है 55 ਦੀ ਪੈਦਾਇਸ਼ ਆ, ਇਹ ਵੇ 67 ਦੀ ਗੱਲ। ਸਟਾਰਟ ਦੀ ਗੱਲ ਠੀਕ ਉਹਦੇ ਵਿੱਚ ਇੱਕ ਲੜਕਾ ਆਇਆ, ਉਹਦਾ ਨਾਮ ਸੀ ਅਲੀ ਜਾਜ਼। ਅਲੀ ਜਾਜ਼। ਅਲੀ ਜਾਜ਼ ਉਹ ਡਰਾਮੇ 'ਚ ਕੰਮ ਕਰਦਾ ਸੀ, ਉਹ ਲਾਹੌਰ ਦਾ ਰਹਿਣ ਵਾਲਾ ਸੀ। ਉਹਨੇ ਆਪਣੀ ਟੀਮ ਨੂੰ ਲਿਆਂਦਾ। ਉਹੀ ਅਲੀ ਜਾਜ਼ ਨੰਨਾ ਤਾਂ ਨਹੀਂ ਜਿਹਦੀ ਜੋੜੀ ਸੀ? ਉਹੀ ਜਿਹੜਾ ਕਿ 106 ਫਿਲਮਾਂ 'ਚ ਹੀਰੋ ਹੈ, ਉਹੀ ਬੰਦਾ। ਇਹ ਮੈਨੂੰ ਕਹਿੰਦਾ ਕਿ ਤੂੰ ਬਹੁਤ ਅੱਛਾ ਹੈ ਜੀ, ਬਹੁਤ ਸੋਹਣਾ ਹੈ, ਤੂੰ ਇਹ ਉਹ ਮਸਕਾ ਲਾ ਕੇ ਕਿ ਤੂੰ ਮੇਰੇ ਡਰਾਮੇ 'ਚ ਕੰਮ ਕਰ। ਮੈਂ ਚੋਰੀ ਰਾਤ ਨੂੰ ਡਰਾਮੇ 'ਚ ਕੰਮ ਕਰਨ ਟੁਰ ਗਿਆ। ਅੱਛਾ ਜੀ। ਉਹ ਮੈਂ ਉਹਦੇ 'ਚ ਕਾਕਾ ਬਣਿਆ। ਹਜ਼ਾਰਾ ਛੋਟੇ ਸੀਗੇ, 9 ਸਾਲ ਦਾ ਬੱਚਾ। ਫਿਰ ਕਾਕਾ ਝੂਠ ਬੋਲਣ ਵਾਲਾ ਕਾਕਾ ਬਣਿਆ ਕਿ ਉਹ ਝੂਠ ਬੋਲਦਾ, ਲੜਾਈ ਕਰਵਾ ਦਿੰਦਾ ਬੈਠੇ ਬੈਠੇ ਬੰਦੇ। ਦੋਂਜ ਵੀ ਮੈਂ ਜਿਹਦਾ ਹੀ ਸਾਂ, ਯਾਨੀ ਜਿੱਦਾਂ ਸ਼ੁੱਧਨੀ ਛੱਡਣ ਵਾਲਾ ਕਾਕਾ ਸਾਂ। ਸਾਰੋ ਜਿੱਦਾਂ ਉਹ ਫੱਫੇ ਕੁੱਟਣੀ ਚੱਲਦੇ। ਫੱਫੇ ਕੁੱਟਣੀ। ਉਹ ਉਹਨਾਂ ਨੇ ਰੋਲ ਦਿੱਤਾ, ਉਹ ਰੋਲ ਬੜਾ ਅੱਛਾ ਗਿਆ ਜੀ। ਫਿਰ ਉਹਨੇ ਮੈਨੂੰ ਇੱਕ ਫਿਲਮ 'ਚ ਕੰਮ ਕਰਾਇਆ। ਅੱਛਾ ਜੀ। ਮੈਂ ਪਾਕਿਸਤਾਨ ਦੀ ਇੱਕ ਫਿਲਮ ਸੀ ਗੈਰਤ ਤੇ ਕਾਨੂੰਨ, ਗੈਰਤ ਤੇ ਕਾਨੂੰਨ, ਯੂਸਫ ਖਾਨ ਦੀ ਫਿਲਮ ਸੀ। ਉਹਦੇ 'ਚ ਮੈਂ ਯੂਸਫ ਖਾਨ ਦਾ ਬਚਪਨ ਕੀਤਾ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਨੂੰ ਰੋਲ ਪਸੰਦ ਆਇਆ ਤੇ ਯੂਸਫ ਖਾਨ ਸਾਹਿਬ ਨੇ ਮੈਨੂੰ ਪੀਟੀਵੀ 'ਚ ਲਿਆਂਦਾ ਕਿ ਇਹ ਬੱਚੇ ਨੂੰ ਕੰਮ ਕਰਾਓ ਜੀ। ਠੀਕ। ਉਹ ਡਰਾਮਾ ਸੀ ਟਾਹਲੀ ਥੱਲੇ, ਪੰਜਾਬੀ ਡਰਾਮਾ। ਟਾਹਲੀ ਥੱਲੇ। ਜੀ। ਉਹ ਇੱਕ ਬੱਚਾ ਨਾ ਸਾਰੀ ਪਰੇ ਗੱਲ ਕਰਦੀ ਬੋਰਡ ਥੱਲੇ, ਤੇ ਉੱਤੇ ਇੱਕ ਬੱਚਾ ਲੁਕਿਆ ਹੁੰਦਾ ਹੈ। ਉਹ ਐਵੇਂ ਚੌਧਰੀ ਝੂਠ ਬੋਲਦਾ, ਕਹਿੰਦਾ ਤਾਲੀਆਂ। ਕਹਿੰਦੇ ਇੱਥੇ ਬੰਦਾ ਵੀ ਕੋਈ ਨਹੀਂ, ਤਾਲੀਆਂ ਕੌਣ ਵਜਾਉਂਦਾ ਪਿਆ? ਉਹ ਫੜ ਲੈਂਦੇ ਨੇ, ਮਾਰਦੇ ਨੇ। ਅੱਛਾ ਜੀ। ਉੱਥੋਂ ਮੈਂ ਮਸ਼ਹੂਰ ਹੋਇਆ ਤਾਲੀਆਂ ਤੋਂ। ਤਾਲੀਆਂ ਤੋਂ ਬਾਅਦ ਫਿਰ ਮੈਂ, ਉਹ ਪਿਓ ਨੂੰ ਪਤਾ ਲੱਗ ਗਿਆ ਕਿ ਇਹ ਕੰਜਰਾਂ ਦਾ ਕੰਮ ਹੈ, ਇਹ ਅੱਛਾ ਨਹੀਂ। ਉਹਨਾਂ ਨੇ ਮੈਨੂੰ ਮਾਰਿਆ, ਤੁਹਾਡੇ ਵਾਲੇ ਸਾਹਿਬ ਨੇ? ਹਾਂਜੀ। ਫਿਰ ਅਸੀਂ ਫਿਰ ਮੈਂ ਉੱਥੋਂ ਦੇ ਬੱਚੇ ਖਰਾਬ ਕਰਨੇ ਸ਼ੁਰੂ ਕਰ ਦਿੱਤੇ। ਉਹਦੇ 'ਚ ਪਹਿਲਾ ਬੱਚਾ ਸੀ ਸੁਹੇਲ ਅਹਿਮਦ। ਸੁਹੇਲ ਅਹਿਮਦ ਜਿਹੜੇ ਅਜ਼ੀਜ਼ੀ ਬੰਦੇ ਨੇ। ਜੀ ਜੀ। ਉਹ ਮੇਰਾ ਡਰਾਮਾ ਉਹਨਾਂ ਨੇ ਕੀਤਾ ਟੱਬਰ ਵੇਲਿਆਂ ਦਾ। ਸਭ ਤੋਂ ਪਹਿਲਾਂ ਮੇਰੇ ਨਾਲ ਡਰਾਮਾ ਸੁਹੇਲ ਅਹਿਮਦ ਨੇ, ਮੈਂ ਉਹਦੇ 'ਚ ਬਾਪ ਬਣਨਾ ਤੇ ਇਹ ਪੁੱਤਰ ਬਣਦਾ ਹੈ। ਉਸ ਤੋਂ ਬਾਅਦ ਪਿੱਛੇ ਆਇਆ ਸਾਡੇ ਮਸਤਾਨਾ ਇੱਕ ਹੁੰਦਾ ਸੀ। ਬਿਲਕੁਲ ਮਸਤਾਨਾ। ਫਿਰ ਉਸ ਤੋਂ ਬਾਅਦ ਇੱਕ ਬੱਬੂ ਬਰਾਲ ਹੁੰਦਾ ਸੀ। ਹਾਂਜੀ। ਇਹ ਪਿੱਛੇ ਮੇਰੇ ਨੱਸਦੇ ਆਏ ਕਿ ਇੰਨੇ ਪੈਸੇ ਕਮਾਉਂਦਾ ਪਿਆ ਲਾਹੌਰ ਜਾ ਕੇ। ਮੈਂ ਵੀ ਭੁੱਖਾ ਮਰਦਾ ਸਾਂ, ਉਹ ਵੀ ਭੁੱਖੇ ਮਰਨ ਲੱਗ ਪਏ। ਇੱਕ ਵਕਤ ਆਇਆ ਕਿ ਮੈਨੂੰ ਮਹਿਬੂਬ ਆਲਮ ਆਪਣੇ ਘਰ ਲੈ ਗਿਆ ਜੀ। ਵਾਰਿਸ ਡਰਾਮੇ ਦਾ ਚੌਧਰੀ ਇਸਮਤ ਮੇਰਾ ਭਰਾ ਬਣ ਗਿਆ ਜੀ। ਇਹ ਫਿਰ ਮੇਰੇ ਇੱਕ ਮਾਮੂ ਲੱਗਦੇ ਸਨ ਰਿਸ਼ਤੇ 'ਚ। ਉਹਨਾਂ ਨੇ ਇਹਨਾਂ ਨੂੰ ਇੱਕ ਜਗ੍ਹਾ ਦਿੱਤੀ, ਮਸਤਾਨੇ ਨੂੰ, ਬੱਬੂ ਬਰਾਲ ਨੂੰ ਤੇ ਸੁਹੇਲ ਨੂੰ। ਸੁਹੇਲ ਸਾਹਿਬ DSP ਦੇ ਬੇਟੇ ਨੇ। ਬਿਲਕੁਲ ਗੁਜਰਾਂਵਾਲੇ ਦਾ ਇੱਕ ਬੱਡ ਫੈਮਿਲੀ ਹੈ। ਹਾਂਜੀ। ਇਹ ਉੱਥੇ ਬੜੀ ਸਟਰਗਲ ਕੀਤੀ ਅਸੀਂ, ਬੜੇ ਮੁਸ਼ਕਿਲ 'ਚ ਗੁਜ਼ਰੇ ਹਾਂ ਜੀ। 10 ਸਾਲ
ਸਰ ਇਸੇ ਤੋਂ ਤਾਂ ਮੈਂ ਪਹਿਲੇ ਕਿਹਾ ਕਿ ਕਿਹੜੀਆਂ ਮੁਸੀਬਤਾਂ ਤੋਂ 10 ਸਾਲ ਉਹ ਗੁਜ਼ਰੇ ਨੇ ਕਿ ਜੇ ਕੋਈ ਮੋਟਰਸਾਈਕਲ ਲੈਣੀ ਹੈ ਤਾਂ ਸਾਨੂੰ ਕੋਈ ਮੋਟਰਸਾਈਕਲ ਨਹੀਂ ਸੀ ਦਿੰਦਾ ਜੀ। ਅਗਰ ਕਿਸੇ ਕੋਲ ਸਾਈਕਲ ਮੰਗਿਆ ਤਾਂ ਸਾਈਕਲ ਨਹੀਂ ਸੀ ਦਿੰਦਾ, ਜੇ ਕਿਸੇ ਕੋਲ ਨੌਕਰੀ ਮੰਗਦੇ ਸੀ ਤਾਂ ਕੋਈ ਨੌਕਰੀ ਨਹੀਂ ਸੀ ਦਿੰਦਾ। ਸਰ ਉਸ ਵੇਲੇ ਤੁਸੀਂ ਭੁੱਖੇ ਫਨਕਾਰ ਸੀ ਨਾ ਜੀ। ਕੁਝ ਵੀ ਨਹੀਂ ਸਕਦਾ। ਹਾਂ ਜੀ ਦੋਸਤੋ, ਇਸ ਤਰ੍ਹਾਂ ਕੇ ਕਮਰ ਸਾਹਿਬ ਦੇ ਮਿਲਣ ਵਾਲੇ ਵੀ ਆਏ ਨੇ ਜਿਹੜੇ ਉਹਨਾਂ ਦੇ ਪਿਆਰੇ ਮਿਲ ਵੀ ਰਹੇ ਨੇ। ਠੀਕ ਠਾਕ ਤੇ ਇੰਟਰਵਿਊ ਚੱਲਦਾ ਹੀ ਹੈ। ਆ ਜੀ ਹੋ ਗਈ ਜੀ, ਫਸ ਗਿਆ ਨਾ ਕਰੋ। ਹਾਂਜੀ ਜੀ ਸਰ, ਫਿਰ ਉਸ ਤੋਂ ਬਾਅਦ ਸੁਹੇਲ ਅਹਿਮਦ ਇੰਟਰਵਿਊ ਚੱਲ ਕੋਈ ਨਹੀਂ, ਸੁਹੇਲ ਅਹਿਮਦ ਤੇ ਮੈਂ ਅਸੀਂ ਸਾਈਡ ਤੇ ਹੋ ਗਏ। ਜੀ ਜੀ ਅਸੀਂ ਬਿਹਤਰ ਕੀਤਾ, ਉਹ ਡਰਾਮੇ ਦੇ ਮਤਲਬ ਹੀਰੋ ਆਉਣ ਲੱਗ ਪਿਆ, ਜੀ ਮੈਂ ਡਰਾਮੇ ਲਿਖਣ ਲੱਗ ਪਿਆ। ਜੀ ਮੇਰੀ ਰੋਟੀ ਉੱਥੋਂ ਪੂਰੀ ਹੋਣ ਲੱਗ ਪਈ, ਉਹਦੀ ਰੋਟੀ ਉੱਥੋਂ ਪੂਰੀ ਹੋਣ ਲੱਗ ਪਈ। ਯਾਨੀ ਫਿਰ ਤੁਸੀਂ ਉਹਨਾਂ ਦੇ ਕਾਮੇਡੀ ਡਰਾਮੇ ਵੀ ਲਿਖਣ ਲੱਗ ਪਏ? ਹਾਂਜੀ, ਸਟੇਜ ਦੇ ਵੀ ਡਰਾਮੇ ਮੈਂ ਬਹੁਤ ਲਿਖੇ ਨੇ। ਜੀ। ਮੇਰਾ ਸਭ ਤੋਂ ਬਿਹਤਰੀਨ ਡਰਾਮਾ ਜਿਹੜਾ ਗਿਆ 2.5 ਸਾਲ ਸਟੇਜ ਤੋਂ ਉਤਰਿਆ ਨਹੀਂ, ਉਹ ਮੇਰੇ ਕੋਲ ਅਫਜ਼ਾਲ ਸਾਹਿਬ ਨੇ ਲਿਆ ਸੀ। ਅਫਜ਼ਾਲ ਫਿਲਮ ਸਾਜ਼ ਨੇ। उस ड्रामे का नाम सी घुंगरू गिरा शरीफों में। वो 2.5 साल स्टेज तो नहीं उतरे। घुंगरू गिरा शरीफों में। शरीफों में वो तवाइफ के मतलब सी कि शरीफ दे घर तवाइफ नहीं रह सकती। अच्छा जी। एक घुंगरू ही रहेगी, भावी नानी बन जाए, कंजरी कंजरी रहती है। ये मैसेज सी जी जी। ड्रामे का मैसेज ना हो, ड्रामा कुछ नहीं होता जी। एक ड्रामा सी मेरा खामन बराए फरोख्त जी। खामन गरीब होवे, औरत अमीर होवे ਤੇ ਬੰਦਾ ਜ਼ਲੀਲ ਹੋ ਕੇ ਰਹਿ ਜਾਂਦਾ। ਜ਼ਲੀਲ ਹੋ ਕੇ, ਯਾਨੀ ਤੁਸੀਂ ਤੇ ਲੋਕਾਂ ਨੂੰ ਸਬਕ ਦੇ ਰਹੇ ਸੀ ਡਰਾਮਿਆਂ ਦੇ ਵਿੱਚ ਕਿ ਕੀ ਦੁਨੀਆ ਦੇ ਹਾਲਾਤ ਚੱਲ ਰਹੇ। ਇੱਕ ਡਰਾਮਾ ਮੈਂ ਆਪਣੀ ਜ਼ਾਤ ਤੇ ਲਿਖਿਆ ਸੀ, ਮੇਰਾ 512 ਦੀ ਜ਼ਿੰਦਗੀ ਲਿਖੀ ਮੈਂ। ਅੱਛਾ ਜੀ। ਕਿ ਮੇਰੇ ਇੱਥੇ ਗੁਜ਼ਰੀ ਕਿਵੇਂ, ਕਿ ਜੇ ਮੈਂ ਆਪਣੇ ਰੋਸਵਾਂ ਦਾ ਵਾਇਆ ਤੇ ਮੈਨੂੰ ਅਪੀਵਨ ਲੈ ਕੇ ਆ, ਮੈਂ ਪੀਵਨ ਲੈਣ ਜਾਣ ਵਾਲਾ ਬੰਦਾ ਸਾਂ ਬਸ। ਬਾਹੂ ਨੇ ਗੱਲ ਉਦੋਂ ਗਾਲਾ ਖਾਦੀ ਇੱਥੇ ਡੇਰੇ ਚੋਂ ਮੋਢੀ ਤੇ ਮੋਢੀ ਤੋਂ ਮੋਢੇ ਤੇ ਡੇਰੇ ਮੋੜ ਘਰ ਜੀ, ਇਹ ਮੇਰੀ ਔਕਾਤ ਸੀ ਤੇ ਉਹ ਮੈਂ ਆਪਣੀ ਪੂਰੀ ਕੀਤੀ ਸਾਰੀ। ਤੇ ਅੱਜ ਸਰ ਕਿਵੇਂ ਆਉਣਾ ਹੋਇਆ ਫਿਰ 512 ਦੇ ਵਿੱਚ? ਥੋੜਾ ਜਿਹਾ ਅੱਜ ਦੇ ਹਵਾਲੇ ਨਾਲ ਵੀ ਦੱਸੋ ਨਾ ਸਰ। ਅੱਜ ਮੇਰੇ ਭਣੇਵੇਂ ਦੀ ਸ਼ਾਦੀ ਹੈ ਜੀ, ਮਾਸ਼ਾਅੱਲਾ ਜੀ। ਨਾਲੇ ਮੇਰੇ ਭਤਰੀਏ ਦੀ ਸ਼ਾਦੀ ਹੈ ਜੀ ਜੀ। ਪਿਓ ਵੱਲੋਂ ਮੇਰਾ ਭਤਰੀਆ ਜੀ ਫਲਕ ਸ਼ੇਰ ਮੇਰੇ ਫੁੱਫੀਜ਼ਾਦ ਭਾਈ, ਤੇ ਉਹ ਮੇਰੀ ਮਸ਼ੀਰਾ ਤਾਏ ਦੀ ਥੀ। ਤੇ ਮੇਰੇ ਹੁਣ ਡਰ ਗਿਆ, ਮੇਰੇ ਬੈਠੀ ਲੱਗੀ। ਅੱਜ ਸਰ ਮੈਂ ਤੁਹਾਡੀ ਗੁਫ਼ਤਗੂ ਸੁਣ ਰਿਹਾ ਸੀ ਅੱਜ ਸਾਹਿਬ ਨਾਲ, ਤੇ ਮੇਰੇ ਦੇਖਣ ਵਾਲਿਆਂ ਨੂੰ ਨਾ ਜੀ, ਮੇਰੇ ਫਾਲੋਅਰ ਮਾਸ਼ਾਅੱਲਾ ਪੜ੍ਹੇ ਲਿਖੇ ਲੋਕ ਨੇ, ਉਹਦੇ ਵਿੱਚ ਬਹੁਤ ਸਾਰੇ ਐਸੇ ਨੇ ਜਿਹੜੇ ਮਰੀਜ਼ ਨੇ, ਉਹ ਵੀ ਦੇਖਦੇ ਨੇ। ਤੇ ਸਰ ਆ ਬੈਟਰੀ ਜਿਹੜੀ ਤੁਹਾਨੂੰ ਲੱਗੀ ਹੈ ਨੇ, ਇਹਦੇ ਵਾਸਤੇ ਵੀ ਇਹਤਿਆਤ ਵੀ ਦੱਸੋ, ਤੇ ਕਿਸ ਤਰ੍ਹਾਂ ਡੈਮੇਜ ਹੋ ਸਕਦੀ ਔਰ ਕਿਸ ਤਰ੍ਹਾਂ ਲੱਗਦੀ ਹੈ, ਕਿਹੜੀ ਕੰਡੀਸ਼ਨ ਚ ਲੱਗਦੀ? ਸਰ ਗੱਡੀ ਖੋਲੀ ਹੈ ਮੈਂ ਜੀ, ਮੇਰੇ ਕੋਲ ਗੱਡੀ ਸੀ ਸਿਵਿਕ, ਤੇ ਸਿਵਿਕ ਗੱਡੀ ਜਿਹੜੀ ਹੈ ਉਹਦੇ ਚ ਅਗਰ ਪਾਣੀ ਸਿਵਿਕ ਡਿੱਗ ਪਈ ਹੈ ਨਾ ਜੀ, ਉਹਦੇ ਚ ਪਾਣੀ ਨਹੀਂ ਜਾਂਦਾ ਜੀ। ਸਿਵਿਕ ਜਿਹੜੀ ਨਵੀਂ ਗੱਡੀ ਹੈ ਨਾ ਉਹਦੇ ਵਿੱਚ ਪਾਣੀ ਨਹੀਂ ਜਾਂਦਾ ਜੀ। ਇਸ ਹੁੰਡਾ ਸਿਵਿਕ ਇਸ ਵਾਸਤੇ ਕਾਮਯਾਬ ਬਾਡੀ ਦੇ ਲਿਹਾਜ਼ ਨਾਲ ਟਿਓਟ ਹੈ ਜੀ, ਔਰ ਇਹਦੇ ਲਿਹਾਜ਼ ਨਾਲ ਪੈਕਿੰਗ ਦੇ ਲਿਹਾਜ਼ ਨਾਲ ਇਹ ਉਸ ਸੁਬਹ ਦੀ ਸੂਰਜ ਦੇ ਕੇ ਖੜੀ ਸੀ ਗੱਡੀ, ਉਹਦੇ ਚ ਅੰਦਰ ਗੈਸ ਪੈਦਾ ਹੋ ਗਈ, ਉਹਦੇ ਨਾਲ ਮੇਰੀ ਦੋਨੋਂ ਸਿਰਾਂ ਨਾਲ ਫਟ ਗਈ। ਫਿਰ ਉਹ ਬੈਟਰੀ ਇਸ ਵਾਸਤੇ ਲੱਗੀ ਜੀ, ਠੀਕ। ਉਹ ਫਿਰ ਅੱਲਾ ਨੇ ਕਰਮ ਕੀਤਾ, ਸਹੀ ਹੋ ਗਿਆ ਮੇਰੇ ਨਾਲ। ਫਿਰ ਉਸ ਤੋਂ ਬਾਅਦ ਮੈਂ ਜਿਹੜੀ ਗੁਰਬਤ ਨੂੰ ਦੂਰ ਕਰਨ ਲਈ ਇੱਕ ਅਦਾਰਾ ਬਣਾਇਆ ਜੀ, औरंगजेब लगारी टीवी आर्टिस्ट मैं पार्टनर बन के 1985 से शो टाइम के नाम से एक अदारा बनाया जी, जेड़ा मैं वर्ल्ड टूर किया बड़े आर्टिस्ट। फिर सब तो बड़ी चीज मेरा एक बड़ा बड़ा कारनामा है मेरे तो अल्लाह ने कराया कि जो वर्ल्ड कप 92 च आया ना जी, वो ठेका इवेंट करना मैनू मिल गया। वेरी गुड। वो सारे इवेंट मैं किए 26 जी, ਉਹਦੇ ਨਾਲ ਮੇਰਾ ਇੱਕ ਨਾਮ ਬਣਿਆ ਖਿਲਾੜੀਆਂ ਚ ਵੀ ਦੂਸਰਿਆਂ ਚ, ਉਹਨਾਂ ਨੇ ਇਵੈਂਟ ਕਰਵਾਇਆ ਤੇ ਮੇਰਾ ਘਰ ਬਣਿਆ 5 ਮਰਲੇ ਦਾ ਉੱਥੇ। ਫਿਰ ਮੈਂ ਯਾਨੀ ਇੰਨੀ ਕੋਸ਼ਿਸ਼ ਤੋਂ ਬਾਅਦ ਹਾਂ ਫਿਰ ਅੱਲਾ ਨੇ ਇੱਕ ਭਾਈ ਮੇਰੇ ਦਾ ਮਰਡਰ ਹੋ ਗਿਆ, ਇੱਕ ਫੌਤ ਹੋ ਗਿਆ, 10 ਬੱਚੇ ਯਤੀਮ ਵੀ ਨਾਲ ਆ ਗਏ, 8 ਮੇਰੇ ਆਪਣੇ ਸਨ। ਸ਼ਾਦੀਆਂ ਮੈਂ 1-2 ਕੀਤੀਆਂ ਨੇ ਮੇਰੇ ਖਿਆਲ ਐਵੇਂ ਬਸ ਰਹਿਣ ਦੇ। ਤੇ ਉਹ ਮੇਰੇ ਆਪਣੇ ਵੀ 8 ਬੱਚੇ ਸਨ ਜੀ, 8 ਬੱਚੇ ਮੇਰੇ ਆਪਣੇ ਸਨ ਤੇ ਉਹ ਵੀ ਵਿਆਹ ਹੋ ਗਿਆ। 18 ਬੱਚਿਆਂ ਦੀ ਸ਼ਾਦੀਆਂ ਮੇਰੇ ਇੱਥੋਂ ਅੱਲਾ ਨੇ ਕਰਾਈਆਂ ਤੇ ਮੇਰਾ ਕੁਝ ਵੀ ਨਹੀਂ ਵਿਗੜਿਆ। ਅੱਛਾ ਸਰ, ਵਾਪਸ ਆ ਰਹੇ ਹਾਂ ਪੀਟੀਵੀ ਤੇ। ਪੀਟੀਵੀ ਤੇ ਤੁਸੀਂ ਕਿਹੜੇ ਰਾਈਟ ਕੀਤੇ ਡਰਾਮੇ? ਬੜੇ ਸਨ।
ਬੋਰਡ ਜਿਨ੍ਹਾਂ 'ਚ ਥੱਲੇ ਕੋਈ ਬੋਰਡ ਥੱਲੇ ਕਿਕਰਾਂ ਦੀ ਛਾਵੇਂ, ਪਿਪਲਾਂ ਦੀ ਛਾਵੇਂ, ਵੱਟਾ, ਛੱਪੜ ਕੰਡੇ, ਅੱਛਾ ਇਹ ਜੀ। ਪਿੰਡ ਤੇ ਲਿਖਦਾ ਸਾਂ। ਅੱਛਾ ਸਰ, ਪੀਟੀਵੀ ਤੇ ਬਹੁਤ ਸਾਰੇ ਐਸੇ ਐਕਟਰ ਐਕਟਰਸ ਆਉਂਦੀਆਂ ਨੇ ਜਿਹੜੀਆਂ ਉਸ ਵੇਲੇ ਬ੍ਰਾਂਡ ਸੀਗੀਆਂ, ਜੀ ਜਿਸ ਤਰ੍ਹਾਂ ਕਿ ਮੈਡਮ ਨੂਰ ਜਹਾਂ, ਜੀ ਜੀ ਜਿਸ ਤਰ੍ਹਾਂ ਕਿ ਅਨੈਸ ਸੈਨ ਭੱਟੀ, ਜੀ ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਫਨਕਾਰ ਆ ਰਹੇ। ਤੁਹਾਡੀ ਮੁਲਾਕਾਤ ਹੁੰਦੀ ਸੀ ਉਹਨਾਂ ਨਾਲ? ਜੀ ਮੇਰੀ ਸਾਰਿਆਂ ਨਾਲ ਰਹੀ। ਮੈਂ ਤੁਹਾਨੂੰ ਉਹਨੇ ਤਸਵੀਰਾਂ ਵਿਖਾਵਾਂਗਾ ਕਿ ਨੁਸਰਤ ਫਤਿਹ ਅਲੀ ਖਾਨ ਨਾਲ ਮੇਰੀ ਦੋਸਤੀ ਸੀ। ਜੀ ਨੂਰ ਜਹਾਂ ਦਾ 1983 ਚ ਮੈਂ ਸ਼ੋਅ ਖੁਦ ਕਰਵਾਇਆ। Very good. ਮਸੂਦ ਰਾਣਾ, ਸ਼ੌਕਤ ਅਲੀ, ਜੀ ਇਹ ਨਈਅਰ, ਇਹ ਸਾਰੇ ਆਰਟਿਸਟਾਂ ਦਾ ਮੈਂ ਸ਼ੋਅ ਕਰਵਾਇਆ ਹੈ। ਠੀਕ ਹੈ ਜੀ। ਜੀ ਉਸ ਤੋਂ ਬਾਅਦ ਜਿੰਨੇ ਵੀ ਆਰਟਿਸਟ ਨੇ ਹੁਣ ਜਿਹੜੇ ਅਬਰਾਰ ਵਗੈਰਾ ਗਾ ਰਹੇ ਨੇ, ਇਹ ਵੀ ਜੀ 1986 ਚ ਆਰਫ ਲੋਹਾਰ ਨੂੰ ਮੁਤਾਰਫ ਕਰਾਇਆ ਸੀ। ਮੈਂ ਥੀਏਟਰ ਤੋਂ ਅਸਲ ਸ਼ੋਅ ਲਿਆਂਦਾ ਸੀ ਉਹਨੂੰ। ਸਰ, ਅਸੀਂ ਪਿੰਡਾਂ ਦੇ ਵਿੱਚ ਤੇ ਕਹਿੰਦੇ ਸੀ ਸ਼ਾਇਦ ਆਲਮ ਲਵਾਰ, ਆਰਫ ਲਵਾਰ ਐਵੇਂ ਤਾਂ ਚੜ ਗਏ, ਤਾਂ ਮਤਲਬ ਸਾਡੇ ਪਿੰਡਾਂ ਵਾਲਿਆਂ ਨੇ ਉਹਨਾਂ ਨੂੰ ਤਾਂ ਚੁੱਕਿਆ। ਨਹੀਂ, ਪਿੰਡਾਂ ਦੇ ਚੁੱਕੇ ਜੀ, ਪਿੰਡਾਂ ਦੇ ਥੀਏਟਰ ਤੋਂ ਚੁੱਕੇ ਗਏ ਨੇ। ਨੈਸ਼ਨ ਭੱਟੀ ਵੀ ਥੀਏਟਰ ਦਾ ਸੀ, ਜੀ ਆਲਮ ਲੋਹਾਰ ਵੀ ਥੀਏਟਰ ਦਾ ਸੀ। ਜੀ ਜੀ ਇਹ ਥੀਏਟਰ ਦੇ ਲੋਕ ਸਨ। ਇਹ ਬੱਚੇ ਵੀ ਉੱਥੇ ਪੈਦਾ ਹੋਏ, ਉੱਥੇ ਹੀ ਜਵਾਨ ਹੋਏ ਜੀ ਥੀਏਟਰ 'ਚ। ਫਿਰ ਜ਼ਾਹਿਰ ਬਾਪ ਜਦੋਂ ਮਰ ਗਿਆ ਤੇ ਉਹ ਵਿਚਾਰਾ ਇਕੱਲਾ ਰਹਿ ਗਿਆ। ਉਹ ਮੁਲਤਾਨ ਰੋਡ ਸਾਹਮਣੇ ਰਹਿੰਦਾ ਸੀ, ਚੌਧਰੀ ਬਿਲਡਿੰਗ ਵਿੱਚ, ਜੀ ਉੱਥੇ ਸ਼ੋਅ ਕਰਦਾ ਸੀ ਥੀਏਟਰ 'ਚ। ਜੀ ਉਹ ਫਿਰ ਮੈਂ ਕੰਪਨੀਆਂ ਦੇ ਸ਼ੋਅ ਕਰਨ ਲੱਗ ਪਿਆ। ਜੀ ਉਹ ਅੱਲਾ ਨੇ ਉਹਨੂੰ ਹਿੱਟ ਕਰ ਦਿੱਤਾ। ਮੈਂ ਪ੍ਰਮੋਟਰ ਹਾਂ, ਆਰਗੇਨਾਈਜ਼ਰ ਹਾਂ ਉਹਨਾਂ ਦਾ। ਠੀਕ ਹੈ ਜੀ। ਜੀ ਇਹਨਾਂ ਨੂੰ ਪ੍ਰਮੋਟ ਕਰੀਦਾ, ਜਦੋਂ ਹਿੱਟ ਹੋ ਜਾਂਦੇ ਨੇ ਫਿਰ ਸਾਨੂੰ ਵੀ ਛੱਡ ਜਾਂਦੇ ਨੇ, ਤੂੰ ਕੌਣ ਤੇ ਮੈਂ ਕੌਣ। ਫਿਰ ਮਤਲਬ ਜਿਸ ਵੇਲੇ ਵੋਟ ਆਲਣੇ ਉਹ ਡਿੱਗ ਗਿਆ, ਹਾਂਜੀ, ਉਹ ਫਿਰ ਮਾਂ ਪਿਓ ਨੂੰ ਨਹੀਂ ਹਾਂਜੀ। ਪੁੱਛਦਾ, ਉਹਨਾਂ ਨੂੰ ਅਸੀਂ- ਬਣਾਉਣ ਵਾਲੇ ਤੇ ਤੁਸੀਂ, ਲੇਕਿਨ ਫਿਰ ਬਾਅਦ ਚ ਅੱਲਾ ਬਣਾਉਣ ਵਾਲਾ। ਅਬਰਾਰ ਲੱਗ ਜਿਹੜਾ ਇੱਕ ਸਕੂਲ ਮਾਸਟਰ ਸੀ, ਐਜੀਸਨ ਦੇ ਸਕੂਲ ਵਿੱਚ ਪੜ੍ਹਾਉਂਦਾ ਸੀ ਮੈਥ। ਜੀ ਜੀ ਉਸ ਤੋਂ ਬਾਅਦ ਉਹਨੇ ਰੇਡੀਓ ਤੇ ਗਾਣਾ ਕੀਤਾ ਜਿਹੜਾ ਬੰਦ ਹੋ ਗਿਆ ਸੀ। ਜੀ ਫਿਰ ਉਹ ਜਦੋਂ ਬੰਦ ਹੋਇਆ ਤੇ ਲੋਕਾਂ ਨੇ ਸਮਝਿਆ ਪਤਾ ਨਹੀਂ ਕੀ ਜੀ, ਉਹ ਹਿੱਟ ਹੋ ਗਿਆ। ਅੱਲਾ ਜਿਹਨੂੰ ਹਿੱਟ ਕਰੇ। ਅੱਛਾ ਕਮਰ ਸਾਹਿਬ, ਤੁਹਾਡੇ ਦੌਰ ਦੇ ਵਿੱਚ ਨਿਜ਼ਾਮਦੀਨ, ਕਾਇਮਦੀਨ ਰੇਡੀਓ ਸਟੇਸ਼ਨ ਤੇ ਚੱਲਦੇ ਸੀ, ਕਦੀ ਉਹਨਾਂ ਨਾਲ ਵੀ ਮੁਲਾਕਾਤ ਹੁੰਦੀ ਸੀ? ਮੈਂ ਉਹਨਾਂ ਦਾ ਅਜ਼ੀਜ਼ ਅਲੀ, ਉਹਦੇ 'ਚ ਮੇਰੀ ਜਿਹੜੀ ਵੱਡੀ ਬੇਟੀ ਹੈ ਉਹ ਵਾਰਿਸ ਬੇਗ ਇੱਕ ਸਿੰਗਰ ਨੇ, ਉਹਨਾਂ ਦੀ ਭਾਬੀ ਹੈ। ਵਾਰਿਸ ਬੇਗ, ਹਾਂ। ਬਿਲਕੁਲ ਜੀ। ਤੇ ਵਾਰਿਸ ਬੇਗ ਜਿਹੜਾ ਹੈ ਇਹ ਨਿਜ਼ਾਮਦੀਨ ਦਾ ਅਜ਼ੀਜ਼ ਹੈ। ਠੀਕ ਹੋ ਗਿਆ ਇਹ ਦਾਦਾ ਸਰ, ਲੱਗਦਾ। ਠੀਕ ਹੋ ਗਿਆ ਠੀਕ ਹੈ। ਸਰ। ਉਸ ਵੇਲੇ ਨਾ ਜੀ ਮੇਰਾ ਵੀ ਪੀਟੀਵੀ ਤੇ ਦੋ ਇੱਕ ਦਫਾ ਜਾਣਾ ਹੋਇਆ। ਤੁਸੀਂ ਕਦੋਂ ਦੇ ਵੈਸੇ? ਮੈਂ ਸਟੂਡੈਂਟ ਸਾਂ ਤੇ ਮੈਨੂੰ ਗਾਣ ਦਾ ਬੜਾ ਸ਼ੌਕ ਸੀ। ਕਾਲਜ ਦੇ ਵਿੱਚ ਵੀ ਮੇਰਾ ਕੋਈ ਕਿਹੜੇ ਸਾਲ ਦੀ ਪੈਦਾਇਸ਼ ਤੁਹਾਡੀ? ਸਰ ਮੇਰੀ 69 ਦੀ ਪੈਦਾਇਸ਼ ਹੈ ਤੇ ਅੱਛਾ, ਮੈਂ ਜਾਣਾ ਸ਼ੁਰੂ ਕੀਤਾ ਜੀ ਪੀਟੀਵੀ ਤੇ। ਮੈਟ੍ਰਿਕ ਮੇਰਾ ਹੋਇਆ ਤੇ 85। ਤੁਹਾਨੂੰ ਪਰਚੀ ਕੋਈ ਨਹੀਂ ਦਿੰਦਾ ਹੁਣ ਅੰਦਰ ਜਾਣ ਦੀ? ਨਹੀਂ ਸਰ, ਨਹੀਂ। ਇਹ ਗੱਲ ਸੀ। ਮੈਂ ਸ਼ੁਕਰ ਦੀ ਗੱਲ ਸੁਣਾਉਣਾ ਜੀ, ਮੈਂ ਪੀਟੀਵੀ ਦੇ ਅੰਦਰ ਚਲਾ ਤੇ ਗਿਆ, ਲੇਕਿਨ ਮੈਨੂੰ ਬਾਹਰ ਨਿਕਲਣ ਦਾ ਪਤਾ ਨਾ ਲੱਗੇ ਕਿ ਲਾਹੌਰ ਪੀਟੀਵੀ ਦੇ ਵਿੱਚ ਬਾਹਰ ਕਿੱਦਾਂ ਨਿਕਲਣਾ। ਮੈਂ ਇੱਕ ਨੂੰ ਕਿਹਾ ਯਾਰ ਮੈਨੂੰ ਬਾਹਰ ਕੱਢ, ਮੈਨੂੰ ਇੱਥੇ ਸਮਝ ਨਹੀਂ ਆਉਂਦੀ। ਕੁਛ ਵੀ ਨਹੀਂ, ਸਭ ਕੁਝ ਝੂਠ ਹੈ ਸਾਡੇ। ਇਹ ਜਿਹੜਾ ਸ਼ੋਭਾ ਹੀ ਝੂਠ ਹੈ। ਸ਼ੋਬੀਜ਼ ਕੋਈ ਅੱਛੀ ਚੀਜ਼ ਨਹੀਂ ਹੈ। ਇਹ ਸੁਰਖੀਆਂ ਪਾਊਡਰ ਲਾ ਕੇ ਸੋਹਣੇ ਲੱਗਦੇ ਨੇ, ਹਾਂਜੀ ਉਸ ਤੋਂ ਬਾਅਦ ਜੇ ਮੂੰਹ ਧੋਂਦੇ ਨੇ ਫਿਰ ਇਹਨਾਂ ਦੀ ਅਸਲ ਯਾਦ ਆ ਜਾਂਦੀ। ਸਰ ਮੈਂ ਉਹੀ ਅਰਜ਼ ਕਰਨ ਲੱਗਾ ਕਿ ਮੈਂ ਜਿਹੜੇ ਸਕਰੀਨ ਤੇ ਪਹਿਚਾਣ ਲਏ ਸੀ ਨਾ, ਉੱਥੇ ਜਾ ਕੇ ਮੇਰੇ ਕੋਲ ਪਹਿਚਾਣ ਨਹੀਂ ਸੀ ਹੁੰਦੇ ਕਿ ਇਹ ਕੌਣ ਨੇ। ਇੱਕ ਸਿੱਖ ਨਹੀਂ ਆਈ ਗਾਣਾ ਗਾਣ ਲਈ ਅੱਜ ਤੋਂ 10 ਸਾਲ ਪਹਿਲੇ। ਪਟਵਾਰੀ ਜਿੰਦਾ ਸੀ ਉਦੋਂ। ਜੀ ਪਟਵਾਰੀ ਗਿਆ ਉੱਥੇ ਮੇਰੇ ਕੋਲ। ਇਹ ਪੀਰ ਜਿਹੜੇ ਨੇ ਸਾਈਂ ਪੀਰ ਮਹਿਲ ਵਾਲੇ, ਅਲੀ ਬਾਬਾ, ਅਲੀ ਬਾਬਾ ਨਹੀਂ ਪੀਰ ਦੂਸਰੇ 20 ਵਾਲੇ 20 ਵਾਲੇ ਜਿਹੜੇ ਨਾ, 20 ਵਾਲੇ ਸਾਈਂ ਜਿਹੜੇ ਨੇ, ਸਾਈਂ ਵਹੀਦੁਰੀ ਜਿਹੜੇ, ਸਾਈਂ ਖਾਲਦੁਰੀ ਜਿਹੜੇ ਨੇ, ਉਹ ਮੇਰੀ ਦੋਸਤੀ ਉਹਨਾਂ ਨਾਲ। ਉਹਨਾਂ ਨੇ ਮੈਨੂੰ, ਉਹਨਾਂ ਦਾ ਇੱਕ ਮਰੀਦ ਜਿਹਦੀ ਉੱਥੇ ਟਰੈਵਲ ਏਜੰਸੀ ਸੀ, ਉਹਨਾਂ ਨੇ ਕਿਹਾ ਜੀ ਕੁਛ ਵੀ ਹੈ ਰਾਹਤ ਫਤਿਹ ਅਲੀ ਖਾਨ ਦਾ ਸ਼ੋਅ ਕਰੋ। 15,000 ਸ਼ੋਅ ਕਰਵਾਇਆ, 15,000 ਰੁਪਏ ਜੀ। ਉਸ ਤੋਂ ਬਾਅਦ ਇੱਥੇ ਨਸੀਬੋ ਲਾਲ, ਆਰਫ ਲੋਹਾਰ, ਇਹ ਉਹ ਸਾਰੇ ਆਏ ਨੇ ਜੀ। ਇੱਕ ਇੰਡੀਆ ਤੋਂ ਸਿੱਖ ਨਹੀਂ ਆਈ ਸੀ। ਇੱਥੇ ਮੈਂ ਲੈ ਕੇ ਆਇਆ, ਆਉਂਦਿਆਂ ਮੈਂ ਥੱਕ ਗਿਆ। ਸਿੱਖ ਵੀ ਸੀ, ਸਿੱਖ ਨਹੀਂ ਸੀ। ਮੈਂ ਨਾਲ ਲੈ ਕੇ ਤੇ 12 ਚ ਆ ਗਿਆ ਡੇਰੇ ਚ। ਇੱਥੇ ਜਿੱਥੇ ਹੁਣ ਬੈਠੇ ਆ ਅਸੀਂ। ਰਾਤ 11 ਵਜੇ ਸਨ। ਨਹੀਂ, ਲੰਮੀ ਗੱਲ ਨਹੀਂ ਹੈ, 12-14 ਸਾਲ ਦੀ ਗੱਲ ਹੈ। ਜੀ ਜੀ। ਇਹਦੇ ਵਿੱਚ ਉਹ ਸਾਡੀ ਫੁੱਫੀ ਨੂੰ ਪਤਾ ਲੱਗਾ ਕਿ ਕੁਪਰਾਣੀਆਂ ਵੀ ਨੇ ਵਿੱਚ, ਤੇ ਉਹਨੇ ਕਿਹਾ ਐਵੇਂ ਨਾ ਕਰ, ਛੋਰੀਆਂ ਜਿਹੜੀਆਂ ਉਹ ਇੱਦੇ ਕਿਲੇ ਸਵਾ ਦਿੰਦੇ ਆ। ਉਹਨੇ ਬਾਜ ਜਾਂਦੇ ਕੱਪੜੇ ਵੀ ਦਿੱਤੇ ਉਹਨਾਂ ਨੂੰ, ਇੱਕ ਸੂਟ ਨਾਲ, ਤੇ ਸਿੱਖ ਇੱਥੇ ਸੁੱਤਾ ਤੇ ਉਹਨੂੰ ਵੀ ਜਨਾਬ ਸੂਟ ਭੇਜ ਦਿੱਤਾ ਇੱਕ। ਤੇ ਉਹ ਬੜੇ ਖੁਸ਼ ਹੋਏ। ਇੰਡੀਆ ਜਦੋਂ ਮੈਂ ਗਿਆ ਤੇ ਉਹਨਾਂ ਨੇ ਮੇਰੀ ਉਸ ਤਰ੍ਹਾਂ ਕਦਰ ਕੀਤੀ ਜਿਸ ਤਰ੍ਹਾਂ ਕਿ ਇੱਥੋਂ ਕਦਰ ਹੋਈ ਸੀ। ਤੇ ਉਹ ਲੋਕ ਬਹੁਤ ਅੱਛੇ ਨੇ। ਇੰਡੀਆ ਮੈਂ ਦਲੇਰ ਮਹਿਦੀ ਦੇ ਘਰ ਰਹਿਣਾ ਜੀ। ਦਲੇਰ ਮਹਿਦੀ ਭਾਜੀ ਇਹ ਮੇਰੇ ਬੜੇ ਭਰਾ ਬਣਿਆ ਮੇਰਾ। ਕੀ ਬਾਤ ਹੈ। ਬਹੁਤ ਅੱਛਾ ਬੰਦਾ ਹੈ। ਮੀਕਾ ਸਿੰਘ ਬਹੁਤ ਅੱਛਾ ਹੈ। ਉਹਦੇ ਭਾਈ ਹੁਣ ਫੌਤ ਹੋ ਗਏ ਨੇ, ਸ਼ਮਸ਼ੇਰ ਸਾਹਿਬ। ਮੈਂ ਉਹਨਾਂ ਦੇ ਘਰ ਭਰਾ ਬਣ ਕੇ ਰਹਿਣਾ। ਉਹ ਜੱਟ ਆਦਮੀ ਹੈ।
ਅੱਛਾ ਸਰ, ਉਹ ਕਪਲ ਸ਼ਰਮਾ ਸ਼ੋਅ ਜਿਹੜਾ ਚੱਲ ਰਿਹਾ ਉਧਰ ਜਾਣ ਦਾ ਕੋਈ ਇਤਫਾਕ ਹੋਇਆ? ਨਹੀਂ ਜੀ, ਸਾਡਾ ਦੋਸਤ ਗਿਆ ਨੇ, ਨਸੀਮ ਵਿੱਕੀ, ਉੱਥੇ ਗਿਆ, ਮੈਂ ਤੁਹਾਨੂੰ ਤਸਵੀਰ ਖਾਣਾ ਉਹਨੇ ਉਹਦੀ ਵੀ, ਜੀ ਜੀ, ਤੇ ਉਹ ਨੌਕਰ ਬਣਿਆ ਸੀ ਜਾ ਕੇ। ਇਸ ਤਰ੍ਹਾਂ ਜਿਹੜੇ ਇੱਥੋਂ ਇੰਡੀਆ ਗਏ ਸਨ ਬੱਚੇ, ਅਮਾਨਤ ਅਲੀ ਜਾਂ ਸਾਰਾ ਰਜ਼ਾ ਖਾਨ, ਉਹ ਜਿਹੜੇ ਉੱਥੇ ਢੋ ਕੇ ਆਏ ਨੇ, ਉਹਦੇ 'ਚ ਉਹਨਾਂ ਨੂੰ ਤਿਆਰ ਅਸੀਂ ਕਰਕੇ ਭੇਜਦੇ ਸਾਂ ਇੱਥੋਂ ਪਾਕਿਸਤਾਨ ਤੋਂ, ਤਾਂ ਕਿ ਉੱਥੇ ਅੱਛਾ ਕਰ ਸਕੇ। ਤੇ ਸਰ ਹੁਣ ਵੀ ਸ਼ੋਬਿਜ਼ ਦੇ ਨਾਲ ਚੱਲ ਰਹੇ ਹੋ ਹਾਜ਼ਰ ਵਕਤ? ਮੈਂ 4 ਦਿਨ ਪਹਿਲੇ ਪਾਕਿਸਤਾਨ ਪੈਟਰੋਲੀਅਮ ਦਾ ਕਰਕੇ ਆਇਆ, ਨੀਮ ਲੂਣੇ ਵਾਲਾ ਔਰ ਸਾਰਾ ਰਜ਼ਾ ਖਾਨ ਦਾ ਜੀ। ਉਸ ਤੋਂ 5-6 ਦਿਨ ਪਹਿਲੇ ਅਬਰਾਰ ਲੱਗਦਾ ਪੈਕੇਜ ਦਾ ਕੀਤਾ। ਉਸ ਤੋਂ ਪਹਿਲੇ ਸਿੱਖ RDB ਔਰ ਸਾਰਾ ਦੋਨੋਂ ਆਏ ਸਨ। ਇਹਨਾਂ ਸ਼ੋ ਨਹੀਂ ਮੇਰਾ ਹੁੰਦਾ, ਨਾਲ 2-2, 4-4 ਹਜ਼ਾਰ ਬੰਦੇ ਦਾ ਖਾਣਾ ਹੁੰਦਾ ਜੀ। ਉਹਦੇ ਵਿੱਚ ਅਵਾਰਡ ਵੀ ਅਸੀਂ ਦਿੰਦੇ ਹਾਂ, ਕੋਈ ਇਨਾਮਾਤ ਨੇ ਉਹ ਵੀ ਅਸੀਂ ਦਿੰਦੇ ਹਾਂ ਜੀ। ਇਹ ਲੋਕਾਂ ਦੇ ਜ਼ਿਹਨ 'ਚ ਇਹ ਕਿ ਸ਼ੋਅ ਕਰ ਦਿੰਦਾ। ਅੱਛਾ ਕਮਲ ਸਾਹਿਬ, ਅੱਜ ਕੱਲ ਟੈਲੈਂਟ ਤੇ ਬੱਚਿਆਂ ਕੋਲ ਨਹੀਂ ਹੈਗਾ ਗਾਣ ਦਾ, ਉਹ AI ਤੋਂ ਸਾਰਾ ਕੁਝ ਕਰ ਰਹੇ ਹੈ ਹੀ ਨਹੀਂ। ਅਗਰ ਕਿਸੇ ਦੇ ਕੋਲ ਕੋਈ ਹੋਏ ਤੇ ਉਹਨੂੰ ਪ੍ਰਮੋਟ ਕਰ ਸਕਦੇ ਹੋ? ਉਹ ਨਕਾਮ ਹੈ ਅੱਜ ਕੱਲ੍ਹ, ਉਹ ਨਕਾਮ ਹੈ। ਜਿਵੇਂ ਸੱਚ ਅੱਜ ਕੱਲ੍ਹ ਝੂਠ ਹੈ, ਇਸ ਤਰ੍ਹਾਂ ਸੱਚ ਗਾਣ ਵਾਲਾ ਝੂਠ ਹੈ, ਸੱਚ ਐਕਟਰ ਝੂਠ ਹੈ। ਸੱਚ ਐਕਟਰ ਝੂਠ ਹੈ, ਬਿਲਕੁਲ ਠੀਕ ਹੈ। ਉਹਦੀ ਵਜ੍ਹਾ ਹੈ ਕਿ ਬਨਾਵਟ ਦੀ ਦੁਨੀਆ, ਮਿਊਜ਼ਿਕ ਵੀ ਪਿੱਛੇ ਨਹੀਂ ਹੈ, ਟਰੈਕ ਤੇ ਚੱਲ ਰਹੇ ਨੇ ਔਰ ਮੂੰਹ ਹਿਲਾ ਰਹੇ ਨੇ, ਤੇ ਲੋਕ ਉਹਨਾਂ ਨੂੰ 32 ਲੱਖ ਰੁਪਏ ਦੇ ਰਹੇ ਨੇ, ਤੇ ਜਿਹੜਾ ਗਾ ਰਿਹਾ ਉਹਨੂੰ 4000 ਦੇ ਰਿਹਾ। ਠੀਕ ਹੈ ਸਰ, ਜਿਹੜਾ ਪਰਫਾਰਮ ਕਰ ਰਿਹਾ ਹਾਰਮੋਨੀਅਮ ਤੇ ਪਰਫਾਰਮ ਕਰ ਰਿਹਾ ਹੋਇਆ। ਮੈਂ ਤੇ ਸ਼ੌਕਤ ਅਲੀ ਦਾ ਪੁੱਤਰ ਆਇਆ ਸੀ, ਮੈਂ ਫੋਟੋ ਵਿਖਾਣਾ ਤੁਹਾਨੂੰ। ਸ਼ੌਕਤ ਅਲੀ ਦਾ ਪੁੱਤਰ ਆਇਆ ਸੀ ਮੇਰੇ ਸ਼ੋਅ 'ਚ, ਅਵਾਰਡ ਸ਼ੋਅ ਸੀ, ਮੈਨੂੰ ਅਵਾਰਡ ਮਿਲਿਆ, ਤੇ ਉਹਦੇ ਸ਼ੋਅ 'ਚ ਆਇਆ ਕਜ਼ਾਫੀ 'ਚ, ਤੇ ਮੈਂ ਕਿਹਾ ਚੰਗਾ ਹੋਇਆ ਤੇਰਾ ਪਿਓ ਮਰ ਗਿਆ ਪਹਿਲਾਂ, ਸ਼ੌਕਤ ਅਲੀ। ਉਹਨੇ ਕਿਹਾ ਉਹ ਕਿਉਂ ਚਾਚਾ ਜੀ ਕਹਿੰਦੇ ਹੋਵੇ? ਮੈਂ ਕਿਹਾ ਇਸ ਵਾਸਤੇ ਪੁੱਤਰ ਗਿਆ, ਸੁਣ ਨਹੀਂ ਸੀ ਸਕਦਾ ਜਿਹੜੇ ਹੁਣ ਗਾ ਰਹੇ ਨੇ। ਉਹਨੇ ਏਡਾ ਵੱਡਾ ਮਿਲੀ ਨਗਮਾ ਗਾਇਆ ਸ਼ੌਕਤ ਅਲੀ ਨੇ, ਜਾਗ ਉਠਾ ਹੈ ਸਾਰਾ ਵਤਨ ਸਾਥੀਓ, ਫੌਜੀ ਉੱਠ ਪੈਂਦੇ ਸਨ ਇੱਕਦਮ। ਅੱਜ ਉਹਦਾ ਪੁੱਤਰ ਰੁਲਦਾ ਫਿਰਦਾ ਉੱਥੇ। ਠੀਕ ਹੈ। ਮਸੂਦ ਰਾਣਾ ਕਿੰਨੀ ਵੱਡੀ ਆਵਾਜ਼ ਸੀ ਸਰ, ਉਹਦੇ ਬੱਚੇ ਰੁਲਦੇ ਨੇ। ਠੀਕ ਹੈ। ਇਹ ਨੀਅਰ ਬਹੁਤ ਵੱਡਾ ਸਿੰਗਰ ਸੀ। ਲੋਕ ਇਹਨਾਂ ਮੁਨੀਰ ਸੈਨ ਸੀ, ਦਿਲਾ ਠਹਿਰ ਜਾ ਯਾਰ ਦਾ ਨਜ਼ਾਰਾ ਲੈਂਦੇ, ਉਹਦੇ ਬੱਚੇ ਰੁਲ ਗਏ। ਠੀਕ ਹੈ। ਇਹ ਨੂਰ ਜਾਨ ਦੇ ਬੱਚੇ ਇੱਕ ਇੱਕ ਹੋ ਗਿਆ, ਪੈਸਾ ਬਹੁਤ ਸੀ ਜ਼ਾਹਿਰ, ਉਹ ਇੱਕ ਬਹੁਤ ਵੱਡਾ ਨਾਂ ਸੀ, ਵੰਡ ਤੇ ਪੈਣੀ ਸੀਗੀ। ਹੁਣ ਤੁਸੀਂ ਸ਼ਾਹ ਨੂਰ ਦੇ ਵੇਖੋ, ਸ਼ਾਹ ਨੂਰ ਕਿਉਂ ਬਣਿਆ, ਸ਼ਾਹ ਨੂਰ ਸਟੂਡੀਓ ਕਿਉਂ ਬਣਿਆ ਨਾਮ ਜੀ? ਇੱਕ ਅੱਲਾ ਵਸਾਈ ਨਾਮ ਸੀ ਇੱਕ ਔਰਤ ਦਾ ਜੀ, ਬਾਅਦ ਚ ਉਹਦਾ ਨਾਮ ਨੂਰ ਜਾਨ ਹੋ ਗਿਆ। ਬਿਲਕੁਲ ਬਿਲਕੁਲ। ਉਹ ਕਸੂਰ ਦੀ ਰਹਿਣ ਵਾਲੀ ਤਵਾਇਫ ਸੀ, ਅੱਜ ਵੀ ਉਹਦਾ ਕੋਠਾ ਦਿਖਾ ਰਹੇ ਨੇ। ਸੈਯਦ ਨਹੀਂ, ਇਹ ਝੂਠਾ ਹੈ ਕੋਠਾ। ਅੱਛਾ ਜੀ। ਉਹ ਕਸੂਰ ਦੇ ਅੰਦਰ ਘਰ ਜਿਹੜਾ ਨਾ, ਉਹ ਤੇ ਇੰਨੀ ਤਗੜੀ ਹੈ ਨਹੀਂ, ਜਿੱਦਾਂ ਘਰ ਵਿਖਾ ਰਹੇ ਨੇ। ਉਹ ਤੇ ਕੋਠੀ ਚ ਜਿਹੜੇ ਨਮਕੀਨ ਕਮਾਲੀਏ ਚ ਨਹੀਂ ਮਰਾਸੀ ਰਹਿੰਦੇ, ਉਹਦੀ ਬੈਕ ਸਾਈਡ ਤੇ ਜਿਵੇਂ ਕੋਈ ਰਹਿੰਦਾ ਹੋਵੇ ਉਸ। ਮਹਿਦੀ ਹਸਨ ਤੁਹਾਡੇ ਕਮਾਲੀਏ ਦਾ, ਮਹਿਦੀ ਹਸਨ ਕਮਾਲੀਏ ਦੇ ਰਹਿਣ ਵਾਲੇ ਨੇ। ਕਮਾਲੀਏ ਦੇ ਫਾਟਕ ਦੇ ਉੱਤੇ ਜਿਹੜਾ ਤੁਹਾਡਾ ਰਜ਼ਾਨੇ ਤੋਂ ਫਾਟਕ ਆਉਂਦਾ, ਉੱਥੇ ਇਹਨਾਂ ਦੀ ਸਾਈਕਲਾਂ ਦੀ ਦੁਕਾਨ ਸੀ। ਜੀ ਜੀ। ਇਹ ਸਾਈਕਲਾਂ ਨੂੰ ਪੈਂਚਰ ਲਾਉਂਦਾ ਸੀ। ਵੈਰੀ ਗੁੱਡ। ਇਹ ਉੱਥੇ ਜ਼ੋਰ ਵੀ ਕਰਦਾ ਸੀ। ਇਹ ਟੱਪਰੀ ਵਾਸਤੇ ਮਹਿਦੀ ਹਸਨ ਖਾਨਦਾਨ, ਹੁਣ ਕੋਈ 15 ਦਿਨ ਪਹਿਲੇ ਉਹਨਾਂ ਦਾ ਬੇਟਾ ਫੌਤ ਹੋਇਆ, DSP ਹੋ ਗਏ। ਸਜਾਦ ਮਹਿਦੀ ਮੇਰਾ ਦੋਸਤ, ਸਜਾਦ ਆਸਫ ਮਹਿਦੀ ਵੀ ਮੇਰਾ ਖਿਆਲ ਹੋ, ਸਜਾਦ ਮਹਿਦੀ DSP, ਆਸਫ ਮਹਿਦੀ ਸਿੰਗਰ ਹੈ ਜੀ, ਸਿੰਗਰ, ਤੇ ਇਹ DSP ਪੁੱਤਰ ਸੀ ਦੂਸਰੀ ਬੀਵੀ ਚ ਉਹਨਾਂ ਦੀ। ਠੀਕ ਹੈ। ਜਿਹੜਾ ਸਾਡਾ ਦੋਸਤ ਸੀ, ਬਲਕਿ ਅੱਲਾਹ ਤਾਲਾ ਜੰਨਤ ਦੀ ਜਗ੍ਹਾ ਦੇ। ਮੇਰਾ ਬੇਟਾ ਫਸ ਗਿਆ ਸੀ ਕਿਸੇ ਕੇਸ ਵਿੱਚ, ਉਹਨੇ ਛੁਡਾ ਦਿੱਤਾ ਕਿਉਂਕਿ ਬੇਗੁਨਾਹ ਸੀ। ਜੀ ਜੀ। ਬੜੇ ਬੜੇ ਲੋਕ ਰੋਲੇ ਨੇ। ਇਹ ਅਸਲ ਚ ਰੋਲਦੇ ਕਿ ਉਹਨੇ ਆਰਟਿਸਟ ਤੇ ਸਿੰਗਰ ਬਾਅਦ ਚ ਮਰਦੇ ਨੇ, ਤੇ ਗੁਰਬਤ ਲੋਕ ਕਹਿੰਦੇ ਨੇ ਕਿ ਇਹ ਪਹਿਲੋਂ ਸਮਝਦੇ ਨੇ ਅਸੀਂ ਨੀਵੇਂ ਆਣਾ ਹੀ ਨਹੀਂ ਜੀ, ਉੱਡਦੇ ਨੇ ਹਵਾ ਚ, ਉੱਡਦੇ ਨੇ ਵੀ ਵਕਤ ਕੱਲ ਨੂੰ ਬੁਰਾ ਵੀ ਆਉਣਾ, ਉਹਨੂੰ ਭੁੱਲ ਜਾਂਦੇ ਨੇ। ਅੱਜ ਇਹ ਹੋਇਆ, ਹੁਣ ਮੈਂ ਬੁੱਢਾ ਹੋ ਗਿਆ, ਮੇਰੇ ਨਾਲ ਦੇ ਬੁੱਢੇ ਹੋ ਗਏ ਨੇ, ਉਹ ਆਰਟਿਸਟ ਆਉਂਦੇ ਨੇ ਮੇਰੇ ਕੋਲ ਬਹਿੰਦੇ ਨੇ, ਖਾਲਦ ਬਾਜ਼ਦਾਰ, ਲਗਾਰੀ ਸਾਹਿਬ ਨੇ ਜੀ ਜੀ। ਇਸ ਤਰ੍ਹਾਂ ਜਿੱਥੇ ਮੇਰਾ ਦਫ਼ਤਰ ਉਹਦੇ ਸਾਹਮਣੇ ਸਾਕਬ ਨਸਾਰ ਸਾਹਿਬ ਦਾ ਘਰ। ਸਰ ਆਪਣਾ ਦਫ਼ਤਰ ਕਿਹੜੀ ਜਗ੍ਹਾ ਲਾਹੌਰ? ਗਾਰਡਨ ਟਾਊਨ ਕਜ਼ਾਫੀ ਦੇ ਸਾਹਮਣੇ। ਮੈਂ ਉਹਨਾਂ ਮਾਰਕੀਟਾਂ ਦਾ ਸਦਰ ਵੀ ਹਾਂ। ਸਰ ਅਗਰ ਮੈਂ ਆਵਾਂ ਤਾਂ ਮੈਨੂੰ ਪਛਾਣ ਲਓਗੇ? ਕਦੀ ਨਹੀਂ। ਨਹੀਂ ਪਛਾਣੋਗੇ? ਨਹੀਂ, ਰੋਟੀ ਖਵਾਣੀ ਪੈਂਦੀ। ਨਾਜ਼ਰੀਨ, ਇਹ ਕਹਾਣੀ ਚੋਈ ਸਾਹਿਬ ਉਹ ਦੱਸ ਰਹੇ ਨੇ ਜਿਹੜੀ ਹਕੀਕਤ ਹੈ ਕਿ ਜਿਸ ਵੇਲੇ ਕੋਈ ਵੱਡੇ ਬੰਦੇ ਦੇ ਕੋਲ ਕੋਈ ਮਾੜਾ ਜਾਂਦਾ, ਉਹਨੂੰ ਕਹਿੰਦੇ ਮੈਂ ਤੈਨੂੰ ਪਛਾਣਦਾ ਨਹੀਂ ਹੈਗਾ। ਉਹ ਪਛਾਣਨਗੇ ਜ਼ਰੂਰ ਮੈਨੂੰ, ਲੇਕਿਨ ਉਹਨਾਂ ਨੇ ਕਹਾਣੀ ਸੁਣਾਈ ਹੈ ਇਹਨਾਂ ਲੋਕਾਂ ਦੀ। ਇਹ ਦੁਨੀਆ ਬਹੁਤ ਅਜੀਬ ਜੀ ਹੈ, ਇਹਦੇ ਝੂਠ ਚੱਲਦਾ ਹੈ ਜੀ। ਲਾਹੌਰੀਏ ਸਭ ਤੋਂ ਵੱਡਾ ਹੈ ਕਿ ਲਾਹੌਰ ਚ ਝੂਠ ਹੀ ਚੱਲਦਾ ਕਿ ਤੁਸੀਂ ਮੇਰੇ ਭਾਈ ਹੈਗੇ, ਉਹ ਸਭ ਤੋਂ ਵੱਡਾ ਝੂਠ ਹੈ। ਸਰ ਹੁਣ ਤੁਸੀਂ ਕਾਫੀ ਮੁੱਦਤ ਤੋਂ ਲਾਹੌਰ ਦੇ ਲਾਹੌਰੀਏ ਹੋ ਤੁਸੀਂ, ਲੇਕਿਨ ਮੈਂ ਕਦੀ ਵੀ ਨਹੀਂ ਆਖਿਆ ਮੈਂ ਲਾਹੌਰੀ। ਨਹੀਂ, ਮੈਂ ਗੱਲ ਕਰ ਰਿਹਾ ਜੀ,
ਕਿ ਕੁਝ ਲੋਕ ਕਹਿੰਦੇ ਜੀ ਲਾਹੌਰੀਆ ਤੇ ਬੰਦਾ ਖਲੋਤਾ ਹੀ ਵੇਚ ਜਾਂਦੇ ਨੇ, ਇਹ ਸੱਚ ਗੱਲ ਹੈ? ਨਹੀਂ ਅਸੀਂ ਵੀ ਜੰਗਲੀ ਵੇਚ ਜਾਂਦੇ, ਜੰਗਲੀ ਦੇ ਸਾਹਮਣੇ ਮੈਂ ਟਕੇ ਦਾ ਬੰਦਾ ਨਹੀਂ ਸਾਂ, ਆ ਹੁਣ ਵੀ ਨਹੀਂ, ਉਹਨੂੰ ਹੁਣ ਪੁੱਛ ਲਓ ਆਖੇਗਾ ਨਹੀਂ ਕੁਝ ਵੀ ਨਹੀਂ ਹੈ, ਸਮਝੋ। ਉੱਥੇ ਜਾ ਕੇ ਪਤਾ ਲੱਗਾ ਕਿ ਠੀਕ ਹੈ ਯਾਰ। ਮੇਰਾ ਪਿਓ ਵੀ ਆਦਾ ਸੀ ਕੰਜਰਾ, ਜਦੋਂ ਕੰਜਰਾਂ 'ਚ ਵਾਪਸ ਆਇਆ ਤੇ ਟੀਵੀ ਤੇ ਮੈਂ ਆਪਣੇ ਪਿਓ ਨੂੰ ਗੱਡੀ ਦੇ ਵਿੱਚ ਲੈ ਕੇ ਗਿਆ ਸੀ, ਤੇ ਗੱਡੀ ਦੇ ਉੱਤੇ ਨਾ ਉਹ ਚੌਕੀਦਾਰ ਨੇ ਇੰਝ ਕੀਤਾ, ਉਹ ਬਈ ਜਾਂਦੇ ਨੇ ਭੈਣ ਚੋ ਕੰਜਰਾਂ ਨੂੰ ਪਹਿਲੀ ਵਾਰੀ ਸਲੂਟ ਵੱਜਦੇ ਵੇਖਿਆ। ਪਿਓ ਸਾਹਮਣੇ ਕੀ ਗੱਲ, ਉਦੋਂ ਨੂੰ ਨਾ ਪਤਾ ਲੱਗਿਆ ਕੋਈ ਗਲਤ ਕੰਮ ਨਹੀਂ ਕਰਦਾ, ਇਹ ਗਲਤ ਕੰਮ ਨਹੀਂ ਹੈ, ਇਹ ਤੇ ਦਫ਼ਤਰ ਬੈਠਾ ਹੈ, ਮਤਲਬ ਸਾਫ ਸੁਥਰਾ ਕੰਮ ਹੈ। ਹਾਂ, ਫਿਰ 16 ਸਾਲ ਜ਼ਿੰਦਾ ਰਹੇ ਨੇ, ਮੇਰੇ ਨਾਲ ਹੀ ਰਹੇ ਨੇ, ਫਿਰ ਫੌਤ ਹੋ ਗਿਆ ਮੇਰੇ ਘਰ। ਇਹ ਸਾਡੀ ਕਹਾਣੀ ਹੈ ਜੀ। ਬੁੱਢਾ ਹੋ ਗਿਆ, ਸਭ ਕੁਝ ਹੋ ਗਿਆ ਸਾਡੇ ਕੋਲ। ਮਾਸ਼ਾਅੱਲਾ। ਕਿੰਨੀ ਉਮਰ ਹੈ ਇਸ ਵੇਲੇ ਹੋ ਰਹੀ ਹੈ? ਜੇ ਉਸ ਹਿਸਾਬ ਤੇ ਪੁੱਛੋ ਤੇ ਫਿਰ 33 ਸਾਲ, ਜਿਵੇਂ ਭਾਈ ਹੋਰੀ ਕਹਿੰਦੇ ਮੇਰੀ ਤੇਰੇ ਦੀ, ਵੈਸੇ ਮੇਰੀ 71 ਸਾਲ ਹੋ ਗਿਆ ਜੀ। ਮਾਸ਼ਾਅੱਲਾ। ਅੱਲਾਹ ਤਾਲਾ ਤੁਹਾਨੂੰ ਹੋਰ ਵੀ ਜ਼ਿੰਦਗੀ ਦੇ ਵਿੱਚ ਸਿਹਤ ਤੰਦਰੁਸਤੀ ਵਾਲੀ ਲੰਮੀ ਜ਼ਿੰਦਗੀ عطا ਕਰੇ। ਜੋ ਮੇਰੀ ਸੋਚ 'ਚ ਸੀ ਨਾ, ਅੱਲਾ ਨੇ ਮੇਰੇ ਇੱਕ ਜ਼ਿਹਨ 'ਚ ਹੱਜ ਵੀ ਕਰਾਤਾ, ਉਮਰੇ ਵੀ ਕਰਾਤੇ, ਬੱਚਿਆਂ ਦੀ ਖਿਦਮਤ ਵੀ ਕਰਾਤੀ। ਬਾਪ ਸਭ ਤੋਂ ਵੱਡੀ ਚੀਜ਼ ਸੀ ਕਿ ਮੇਰਾ ਬਾਪ ਮੇਰੇ ਹੱਥੋਂ ਨਿਕਲ ਗਿਆ, ਉਹ ਵੀ ਰੱਬ ਨੇ ਮੇਰੇ ਹੱਥ 'ਚ ਲੈਂਦਾ, ਉਹਦੀ ਫਿਰ ਯਾਰ ਬਣਾ ਲਿਆ ਪਿਓ ਨੂੰ ਮੈਂ। ਅੱਛਾ ਜੀ। ਉਹ ਫਿਰ ਠੀਕ ਹੋ ਗਿਆ। ਤੇ ਇਹ ਜਿਹੜਾ ਕੰਮ ਸੀ ਨਾ, ਮੈਨੂੰ ਰਾਤ ਨੂੰ ਖਾਬ ਆਈ ਸੀ, ਹਾਜੀ ਮੈਂ ਸੁੱਤਾ ਹੋਇਆ ਸੀ ਯਾਰ, ਬਿਸਤਰੇ ਮਰਗ ਤੇ 10-10 ਮਿੰਟ ਬਾਅਦ ਬੰਦੇ ਮਰ ਰਹੇ ਸਨ ICU 'ਚ, ਤੇ ਮੈਨੂੰ ਨੀਂਦਰ ਨਹੀਂ ਸੀ ਆਉਂਦੀ। ਅਚਾਨਕ ਮੈਨੂੰ ਨੀਂਦ ਆ ਗਈ ਤੇ ਮੈਂ ਵੇਖਣਾ ਕਿ ਪੋਚਾ ਫੇਰ ਰਿਹਾ ਮੈਂ ਕਿਸੇ ਦੀਵਾਰ ਦੇ ਉੱਤੇ ਹੱਥ ਗਿਆ ਤੇ ਬਨਾਰਸੀ ਐਡਾ ਕੋ ਜਿਵੇਂ ਛੋਟਾ ਜਿਹਾ ਨਹੀਂ, ਉਹ ਕੁਕੜੀਆਂ ਵਾਲਾ ਹੁੰਦਾ, ਇਸ ਤਰ੍ਹਾਂ ਦੀ ਮਸਜਿਦ ਬਣੀ। ਤੇ ਮੈਂ ਕਹਿੰਦਾ ਯਾਰ ਪੋਚਾ ਕਿਉਂ ਫੇਰਨਾ ਪਿਆ। ਬਸ ਉਸ ਤੋਂ ਬਾਅਦ ਮੇਰੇ ਜ਼ਿਹਨ 'ਚ ਆਇਆ ਕਿ ਮੈਂ ਮਸਜਿਦ ਬਣਾਵਾਂਗਾ ਜੀ, ਜਿੰਨੇ ਮੇਰੇ ਕੋਲ ਪੈਸੇ ਆਏ ਨੇ। ਉਹ ਫਿਰ ਅੱਲਾ ਨੇ ਕੀਤਾ ਕਿ ਉਹ ਇੱਕ ਨਾਲ ਦੀ ਮਸਜਿਦ ਬਣ ਗਈ, ਸਾਰਿਆਂ ਦੀ ਵੀਡੀਓ ਬਣਾ, ਔਰ ਇੱਕ ਨਾਲ ਦਾ ਯਾਨੀ ਉਹ 6 ਮਰਲੇ ਦਾ, ਉਹ 7 ਮਰਲੇ ਦਾ, ਮਤਲਬ 124 ਬੱਚੇ ਪੜ੍ਹ ਰਹੇ ਨੇ। 100 ਬੱਚੇ ਪੜ੍ਹ ਰਹੇ ਨੇ, 124 ਬੱਚੇ ਪੜ੍ਹ ਰਹੇ ਨੇ, ਔਰ ਫ੍ਰੀ ਆਫ ਕਾਸਟ। ਉਹਨੂੰ ਦੀਨੀ ਤਲੀਮੀ ਹੈ, ਦੂਸਰੀ ਤਲੀਮੀ ਹੈ। ਉਹ ਕਾਰੀ ਸਾਹਿਬ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ, ਉਹਨਾਂ ਦੀ ਵਾਈਫ ਉਹ ਮੇਰੀ ਧੀ ਬਣੀ ਹੋਈ ਹੈ, ਉਹ ਪੜ੍ਹੀ ਲਿਖੀ ਬੱਚੀ ਸੀ, ਉਹਨੇ ਨਾਲ ਦੁਨਿਆਵੀ ਤਲੀਮ ਵੀ ਸ਼ੁਰੂ ਕਰ ਦਿੱਤੀ ਹੈ ਬੱਚਿਆਂ ਨੂੰ। ਉਹ ਬੱਚੀਆਂ ਜਿਹੜੀ ਉੱਥੋਂ ਦੀਆਂ ਨੇ ਉਹ ਉੱਥੇ ਪੜ੍ਹਦੀਆਂ ਨੇ। ਮੈਂ ਜੁਮੇ ਵਾਲੇ ਦਿਨ ਜਾਂਦਾ ਜੀ, ਕਿਉਂਕਿ ਮੇਰੇ ਘਰ ਕੋਲੋਂ 30-35 ਕਿਲੋਮੀਟਰ ਦੂਰ ਹੈ ਇਹ ਜਗ੍ਹਾ ਜੀ, ਫਿਰੋਜ਼ਪੁਰ ਰੋਡ ਹੈ ਮੇਨ ਜੀ। ਜੀ ਤਾਂ ਮੈਂ ਤਸਵੀਰਾਂ ਵੀਡੀਓ ਦਿਖਾਣਾ ਜੀ, ਮੈਂ ਸਾਰਾ ਕੁਝ ਲੈ ਲੈਣਾ। ਅੱਲਾ ਨੇ ਬੜੀ ਰਹਿਮਤ ਕੀਤੀ। ਦੁਆ ਇਹ ਕਰੋ ਕਿ ਅੱਲਾ ਆਖਰਤ ਜਿਹੜੀ ਨਾ ਉਹਦੇ 'ਚ ਮਾਫ ਕਰ ਦੇਵੇ। ਗਲਤੀ ਬਹੁਤ ਬਹੁਤ ਵੱਡੀ ਹੈ। ਇਹ ਜੀ ਲਗਾ ਫਿਰਦਾ ਨਾ ਬੰਦਾ, ਜ਼ਮੀਨ ਵੀ ਹੈ, ਸਭ ਕੁਛ ਹੈ, ਲੇਕਿਨ ਅਗਰ ਸਾਡਾ ਹੱਥ ਖਲੋ ਜਾਂਦਾ, ਸਾਡੀ ਕਬਰ ਤੇ ਪਤਾ ਨਹੀਂ ਕਿੰਨੇ ਆਣਾ ਹੈ, ਨਹੀਂ ਆਉਂਦੇ। ਅਸੀਂ ਆਪਣੇ ਮਾਂ ਪਿਓ ਦੇ ਕਿੰਨਾ ਕੁ ਜਾਣੇ ਪਏ, ਤੇ ਅੱਲਾ ਕਰੇ ਕਿ ਸਾਨੂੰ ਉਹ ਮਾਫ ਕਰ ਦੇ ਬਸ। ਨਾਜ਼ਰੀਨ, ਇਹ ਉਹ ਸੱਚੀਆਂ ਤੇ ਖਰੀਆਂ ਗੱਲਾਂ ਨੇ ਜਿਹੜਾ ਇੱਕ ਪਿੰਡ ਦਾ ਸੱਚਾ ਤੇ ਖਰਾ ਇਨਸਾਨ ਕਰਦਾ। ਤੁਸੀਂ ਸ਼ਹਿਰ ਦੇ ਵਿੱਚ ਦੇਖੋਗੇ ਤੇ ਤੁਹਾਡੇ ਕੋਲ ਸਕਰੀਨ ਤੇ 1000 ਝੂਠ ਬੋਲ ਕੇ ਕਹੇਗਾ ਕਿ ਮੈਂ ਬਹੁਤ ਸੱਚਾ। ਕਮਰ ਸਾਹਿਬ ਉਹ ਸੱਚੇ ਖਰੇ ਇਨਸਾਨ ਨੇ ਜਿਨ੍ਹਾਂ ਨੇ ਇੱਕ ਪਿੰਡ ਦੇ ਵਿੱਚੋਂ ਲਾਹੌਰ ਜਾ ਕੇ ਜਿਹੜੇ ਬਾਹਰ ਦੇ ਭੁੱਖੇ ਮਰਦੇ ਸੀ, ਅੱਲਾ ਦੀ ਮਰਜ਼ੀ ਦੇ ਨਾਲ ਉਹਨਾਂ ਨੂੰ ਵੀ ਆਪਣੇ ਨਾਲ ਲਾਇਆ ਤੇ ਉਹਨਾਂ ਨੂੰ ਵੀ ਮਾਲਦਾਰ ਕੀਤਾ, ਜੋ ਕੋਠੀਆਂ ਕਾਰਾਂ ਦੇ ਮਾਲਕ ਨੇ। ਤੇ ਇਹ ਸਾਰਾ ਕੁਝ ਅੱਲਾ ਨੇ ਕਰਦੀ ਹੈ ਸਰ। ਤੇ ਇਹਦੇ 'ਚ ਤੁਹਾਡਾ ਤੇ ਜੋ ਕੁਝ ਕਿਰਦਾਰ ਹੋਣਾ ਜੀ ਉਹ ਕਾਬਲੇ ਤਹਿਸੀਨ ਹੈ। ਨਾਜ਼ਰੀਨ, ਇਸੇ ਤਰ੍ਹਾਂ ਮੇਰੇ ਨਾਲ ਹਾਜੀ ਸ਼ਾਹਦ ਪਰਵੇਜ਼ ਸਾਹਿਬ ਨੇ ਤੇ ਮੇਰੇ ਦੋਸਤ ਨੇ, ਅਸੀਂ ਇਕੱਠੇ ਕਲਾਸ ਫੈਲੋ ਜੀ ਹਾਈ ਸਕੂਲ ਮਰੂਸੀਪੁਰ ਦੇ, ਤੇ ਇਹਨਾਂ ਦੇ ਨਾਲ ਆਉਣਾ ਮੇਰਾ ਹੋਇਆ। ਤੇ ਮੇਰੀ ਖੁਸ਼ਬਖਤੀ ਇਹ ਹੈ ਜੀ ਕਿ ਅੱਜ ਮੇਰੇ ਨਾਲ ਉਹ ਹਸਤੀ ਮੈਨੂੰ ਮਿਲ ਗਈ ਹੈ ਜਿਹਦੇ ਅੱਜ ਮੈਂ ਇੰਤਜ਼ਾਰ ਕਰਦਾ ਸੀਗਾ। ਫਿਰ ਮਿਲਾਂਗਾ ਜੀ ਕਿਸੇ ਔਰ ਨਈ ਹਸਤੀ ਦੇ ਨਾਲ। ਬਹੁਤ ਸਾਰਾ ਖਿਆਲ ਰੱਖੀਏ। ਕਮਰ ਸਾਹਿਬ ਬਹੁਤ ਸ਼ੁਕਰੀਆ। ਪਾਕਿਸਤਾਨ ਜ਼ਿੰਦਾਬਾਦ।